अस्सलाम वालेकुम नाज़रीन, कमर अब्बास तुहाडी खिदमत 'ਚ हाज़िर हाँ पंजाबी व्लॉग ਦੇ ਨਾਲ ਤੇ ਨਾਜ਼ਰੀਨ ਹਮੇਸ਼ਾ ਦੀ ਤਰ੍ਹਾਂ मैं दुआ गूँ कि अल्लाह ताला ਤੁਹਾਨੂੰ ਆਪਣੇ ਹਿਫਜ਼ੋ ਅਮਾਨ 'ਚ ਰੱਖੇ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਖੁਸ਼ ਹੋਵੋਗੇ ਤੇ ਦੁਆ ਵੀ ਹੈ ਕਿ ਹਮੇਸ਼ਾ ਖੁਸ਼ ਰਹੋ ਰਹਿਮਤ ਦੇ ਸਾਏ ਥੱਲੇ ਰਹੋ ਅੱਲਾਹ ਤਾਲਾ ਦੀ ਰਹਿਮਤ ਦੇ ਸਾਏ ਥੱਲੇ ਤੇ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਪੰਜਾਬੀ ਵਲੌਗ 'ਚ ਮੁਖਤਲਿਫ ਜਿਹੜੇ ਹੁੰਦੇ ਆ ਟੌਪਿਕ ਉਹਨਾਂ ਦੇ ਉੱਤੇ ਗੱਲ ਕਰੀਦੀ ਆ ਮਾਸ਼ਰੇ ਦੇ ਤੇ ਅੱਜ ਦਾ ਜਿਹੜਾ ਟੌਪਿਕ ਹੈ ਜੀ ਮੇਰਾ ਇੱਕ ਬੜਾ ਅਹਿਮ ਜਿਹੜਾ ਅਸੀਂ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਫੇਸ ਕਰਦੇ ਹਾਂ ਤੇ ਜੀ ਉਹ ਟੌਪਿਕ ਮੇਰਾ ਅੱਜ ਦਾ ਜਿਹੜਾ ਜੀ ਕਿ ਤੁਸੀਂ ਦੇਖਦੇ ਹੋ ਅਮੂਮਨ ਫੌਤਗੀਆਂ ਦੇ ਉੱਤੇ ਜਨਾਬ ਇੱਕ ਤੇ ਬੰਦਾ ਫੌਤ ਹੋ ਜਾਂਦਾ ਹੈ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ ਤੇ ਉਹਦਾ ਦੁੱਖ ਹੁੰਦਾ ਹੈ ਤਕਲੀਫ ਹੁੰਦੀ ਹੈ ਕਿਉਂਕਿ ਇੱਕ ਜੀ ਘਰ ਦੇ ਵਿੱਚ ਚੱਲ ਜਾਵੇ ਤੇ ਫਿਰ ਉਹ ਬੜੀ ਤਕਲੀਫ ਦੇ ਮਰਹਲਾ ਹੁੰਦਾ ਹੈ ਜਿਹਨੂੰ ਕਹਿ ਲਓ ਕਿ ਇੱਕ ਸਮੁੰਦਰ ਹੁੰਦਾ ਹੈ ਜਿਹਨੂੰ ਪਾਰ ਕਰਨਾ ਪੈਂਦਾ ਹੈ ਦੁੱਖ ਦਾ ਗਮ ਦਾ ਤੇ ਉਹਦੇ 'ਚ ਬੜੇ ਨਾ ਕਹਿ ਲਓ ਕਿ ਹੌਸਲੇ ਨਾਲ ਉਹਨੂੰ ਫੇਸ ਕਰਨਾ ਪੈਂਦਾ ਕਿਸੇ ਦਾ ਭਰਾ ਚਲਾ ਗਿਆ ਕਿਸੇ ਦਾ ਬਾਪ ਚਲਾ ਗਿਆ ਕਿਸੇ ਦੀ ਮਾਂ ਚਲੇ ਗਈ ਕਿਸੇ ਦਾ ਮਤਲਬ ਕੋਈ ਵੀ ਜਿਹੜਾ ਕਰੀਬੀ ਅਜ਼ੀਜ਼ ਰਿਸ਼ਤੇਦਾਰ ਜਿਹੜਾ ਬਹੁਤ ਜ਼ਿਆਦਾ ਤੁਹਾਡੇ ਦਿਲ ਦੇ ਕਰੀਬ ਹੋਵੇ ਉਹਦੇ ਜਾਣ ਦਾ ਤੇ ਫਿਰ ਦੁੱਖ ਹੁੰਦਾ ਹੈ ਹੁੰਦੀ ਤੇ ਅੱਲਾ ਦੀ ਰਜ਼ਾ ਹੈ ਅਸੀਂ ਮੰਨ ਲੈਂਦੇ ਹਾਂ ਉਹਨੂੰ ਕਿ ਜੀ ਅੱਲਾ ਵੱਲੋਂ ਹੋਇਆ ਤੇ ਅਸੀਂ ਉਹਨੂੰ ਮੰਨ ਕੇ ਤੇ ਸਬਰ ਦਾ ਜਿਹੜਾ ਦਾਮਨ ਉਹ ਫੜ ਲੈਂਦੇ ਉਹਦੇ ਨਾਲ ਇਹ ਕੁਝ ਚੀਜ਼ਾਂ ਅੱਜ ਅਸੀਂ ਸ਼ੇਅਰ ਕਰਾਂਗੇ ਕਿ ਜਿਸ ਤਰ੍ਹਾਂ ਇੱਕ ਫੌਤਗੀ ਦਾ ਘਰ ਆ ਫੌਤਗੀ ਵਾਲਾ ਉੱਥੇ ਮਹਿਮਾਨ ਆਉਂਦੇ ਜਾਂਦੇ ਨੇ ਕਿਉਂਕਿ ਦੂਰ ਦਰਾਜ ਤੋਂ ਬਹੁਤ ਸਾਰੇ ਲੋਕ ਆਉਂਦੇ ਆ ਔਰ ਉਹਨਾਂ ਨੇ ਜਨਾਜ਼ਾ ਪੜ੍ਹਨਾ ਹੈ ਫੁੱਲਾਂ ਤੱਕ ਰਹਿਣਾ ਹੈ ਜਨਾਜ਼ਾ ਪੜ੍ਹਨਾ ਹੈ ਜਾਂ ਮਤਲਬ ਜੋ ਵੀ ਉਹਦੇ 'ਚ ਕੋਈ ਦੋਸਤ ਆ ਯਾਰ ਸੱਜਣ ਆ ਜਾਂ ਰਿਸ਼ਤੇਦਾਰ ਆ ਜਿਹੜੇ ਦੂਰੋਂ ਆਉਂਦੇ ਆ ਤੇ ਉਹ ਫਿਰ ਘਰ ਵਾਲਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਚਲੋ ਉਹਨਾਂ ਨੂੰ ਨਾ ਮਤਲਬ ਉਹ ਕੋਈ ਦੂਰੋਂ ਆਇਆ ਤੇ ਉਹਨੂੰ ਖਾਣਾ ਖਵਾਇਆ ਜਾਵੇ ਜਾਂ ਉਹਨੂੰ ਉਹਦੇ ਮਾਮਲਾਤ ਨੂੰ ਵੇਖਿਆ ਜੇ ਕੋਈ ਪਾਣੀ ਚਾਹ ਪਾਣੀ ਮਤਲਬ ਜੋ ਵੀ ਇੱਕ ਬਣਦਾ ਲੇਕਿਨ ਉਹ ਬਹੁਤ ਸਾਰੇ ਲੋਕ ਐਸੇ ਹੁੰਦੇ ਆ ਕਿ ਜਿਹੜੇ ਕਿਸੇ ਫੌਤਗੀ ਵਾਲੇ ਘਰ ਜਾ ਕੇ ਥੋੜਾ ਜਿਹਾ ਨਾ ਇਸ ਚੀਜ਼ ਤੋਂ ਅਵਾਇਡ ਕਰਦੇ ਔਰ ਬੜੇ ਖਾਨਦਾਨੀ ਲੋਕ ਬੜੇ ਜ਼ਰਫ ਵਾਲੇ ਲੋਕ ਹੁੰਦੇ ਆ ਤੇ ਉਹ ਕਹਿੰਦੇ ਕਿ ਨਹੀਂ ਜੀ ਇਹ ਚੀਜ਼ ਅੱਛੀ ਨਹੀਂ ਤੇ ਇਸੇ ਲਿਹਾਜ਼ ਨਾਲ ਮਤਲਬ ਬਹੁਤ ਸਾਰੇ ਫਿਰ ਉੱਥੇ ਮਤਲਬ ਕਹਿ ਲਓ ਕਿ ਖਾਣਾ ਵੀ ਪੱਕਦਾ ਹੈ ਸਾਰਾ ਕੁਝ ਹੁੰਦਾ ਹੈ ਜਿਹੜਾ ਮੈਂ ਸਮਝਦਾ ਕਿ ਇੱਕ ਤੇ ਅਸੀਂ ਉਸ ਫੌਤਗੀ ਵਾਲੇ ਘਰ ਨਾਲ ਇੱਕ ਬੜੀ ਵੱਡੀ ਜ਼ਿਆਦਤੀ ਹੋ ਜਾਂਦੀ ਆ ਉਹ ਤੇ ਕਰਦਾ ਮਹਿਮਾਨ ਨਵਾਜ਼ੀ ਲੇਕਿਨ ਉਹਨਾਂ ਨੂੰ ਵੀ ਥੋੜਾ ਜਿਹਾ ਗੌਰ ਕਰਨਾ ਚਾਹੀਦਾ ਕਿ ਇਹ ਫੌਤਗੀ ਦਾ ਘਰ ਹੈ ਲੇਕਿਨ ਕੀ ਕਰੀਏ ਫਿਰ ਸ਼ਰੀਕਾ ਬਰਾਦਰੀ ਜੀਣ ਨਹੀਂ ਦਿੰਦਾ ਉਹ ਜੀ ਮਿਹਣੇ ਮਾਰਦਾ ਹੈ ਜੀ ਇਹ ਨਹੀਂ ਹਾਲਾਂਕਿ ਫੌਤਗੀ ਵਾਲੇ ਘਰ ਤੇ ਕੋਈ ਜ਼ਿਲ੍ਹਾ ਨਹੀਂ ਬਣਦਾ ਨਾ ਉਹਨਾਂ ਨੂੰ ਤੁਸੀਂ ਕਹਿ ਸਕਦੇ ਆ ਜੀ ਕਿ ਸਾਨੂੰ ਰੋਟੀ ਨਹੀਂ ਪੁੱਛੀ ਤੇ ਪਾਣੀ ਨਹੀਂ ਪੁੱਛਿਆ ਕਿਉਂਕਿ ਉਸ ਟਾਈਮ ਜਿਹੜੀ ਫੈਮਿਲੀ ਹੁੰਦੀ ਹੈ ਮਰਨ ਵਾਲੇ ਦੀ ਉਹ ਬਹੁਤ ਜ਼ਿਆਦਾ ਗਮ 'ਚ ਹੁੰਦੀ ਹੈ ਬਹੁਤ ਜ਼ਿਆਦਾ ਤਕਲੀਫ 'ਚ ਹੁੰਦੀ ਆ ਤੇ ਉਹਨੂੰ ਕਿਸੇ ਚੀਜ਼ ਦਾ ਉਸ ਟਾਈਮ ਹੋਸ਼ ਨਹੀਂ ਹੁੰਦਾ ਤੇ ਉਹਨਾਂ ਨੂੰ ਦੋਸ਼ ਦੇਣਾ ਵੀ ਸਾਡਾ ਨਹੀਂ ਬਣਦਾ ਔਰ ਬਲਕਿ ਉਹਨਾਂ ਨਾਲ ਹੌਸਲਾ ਬਣਨਾ ਚਾਹੀਦਾ ਉਹਨਾਂ ਨੂੰ ਢਾਰਸ ਦੇਣੀ ਚਾਹੀਦੀ ਹੈ ਕਿ ਤੁਸੀਂ ਫਿਕਰ ਨਾ ਕਰੋ ਸਬਰ ਕਰੋ ਕਿਉਂਕਿ ਇਹ ਦੁਨੀਆ ਆਈ ਚਲਾਈ ਦਾ ਮੇਲਾ ਹੈ ਅੱਜ ਅਸੀਂ ਹੈਗੇ ਹਾਂ ਕੱਲ ਅਸੀਂ ਨਹੀਂ ਹੋਣਾ ਤੇ ਇਹ ਚੀਜ਼ਾਂ ਜਿਹੜੀਆਂ ਨਾ ਸਬਰ ਦੀ ਤਲਕੀਨ ਕਰਨੀ ਚਾਹੀਦੀ ਤੇ ਜਿਹੜਾ ਫੌਤ ਹੋਣ ਵਾਲਾ ਉਹਦੀ ਮਗਫਰਤ ਦੀ ਦੁਆ ਕਰਨੀ ਚਾਹੀਦੀ ਹੈ ਕਿ ਅੱਲਾਹ ਤਾਲਾ ਉਹਨੂੰ ਜੰਨਤ 'ਚ ਜਗ੍ਹਾ ਦੇਵੇ ਤੇ ਉਹਦੇ ਦਰਜਾ ਬੁਲੰਦ ਕਰੇ ਤੇ ਜਿਹੜਾ ਰੋਟੀ ਵਾਲਾ ਮੈਟਰ ਆ ਕਿ ਮਤਲਬ ਫੌਤਗੀ ਵਾਲੇ ਘਰ ਇੱਕ ਇਹਤਮਾਮ ਕੀਤਾ ਜਾਂਦਾ ਜੀ ਰੋਟੀ ਦਾ ਕਿ ਜਿਹੜੇ ਮਹਿਮਾਨ ਆਏ ਰੋਟੀ ਖਾ ਕੇ ਜਾਣ ਤੇ ਚਲੋ ਇਹ ਮਤਲਬ ਕੁਝ ਬਣਦੀ ਵੀ ਹੈ ਗੱਲ ਕੋਈ ਥੋੜਾ ਜਿਹਾ ਲੇਕਿਨ ਹਾਂ ਇਹਦੇ 'ਚ ਇੱਕ ਚੀਜ਼ ਬਣਦੀ ਹੈ ਜੀ ਕਿ ਅਗਰ ਤੁਸੀਂ ਚਲੋ ਦੂਰੋਂ ਆਏ ਕੋਈ ਮਹਿਮਾਨ ਹੈ ਤੇ ਉਹ ਰੋਟੀ ਜਿਹੜੀ ਹੈ ਨਾ ਜੀ ਮਤਲਬ ਉਸ ਕਿਸਮ ਦੀ ਨਾ ਪਕਾਈ ਜਾਵੇ ਬਿਲਕੁਲ ਇੱਕ ਲੈਵਲ ਤੇ ਕੋਈ ਹਲਕਾ ਫੁਲਕਾ ਇੰਤਜ਼ਾਮ ਕਰਕੇ ਤੇ ਦੂਰੋਂ ਆਉਣ ਵਾਲੇ ਮਹਿਮਾਨਾਂ ਨੂੰ ਜਿਹੜਾ ਹੈ ਨਾ ਜੀ ਰੋਟੀ ਦੇਣੀ ਚਾਹੀਦੀ ਬਣਦੀ ਹੈ ਲੇਕਿਨ ਅੱਜ ਮੈਂ ਇੱਕ ਜ਼ਿਕਰ ਕਰਾਂਗਾ ਕਿ ਜੀ ਸਾਡਾ ਪਿੰਡ ਹੈਗਾ ਜੀ ਠਾਠ ਕੱਲਾ ਤੇ ਮਤਲਬ ਸਾਡੇ ਇੱਕ ਕਮੇਟੀ ਬਣਾਈ ਗਈ ਜਨਾਬ ਜਿਹੜੀ ਮੈਂ ਬਾਕੀ ਲੋਕਾਂ ਨੂੰ ਜਿਸ ਵਜ੍ਹਾ ਤੋਂ ਅੱਜ ਮੈਂ ਪ੍ਰੋਗਰਾਮ ਕੀਤਾ ਹੈ ਤੇ ਉਹਦੇ 'ਚ ਕੁਝ ਫੈਸਲੇ ਵੀ ਹੋਏ ਮੇਰੇ ਫੁੱਫਾ ਜੀ ਰੀਸੈਂਟਲੀ ਇੰਤਕਾਲ ਕਰ ਗਏ ਤੇ ਉਹਨਾਂ ਦੀ ਤਦਫੀਨ ਤੋਂ ਬਾਅਦ ਜਿਹੜੇ ਮਾਮਲਾ ਸੀਗੇ ਉਹ ਫਿਰ ਮੈਂ ਤੁਹਾਡੇ ਨਾਲ ਥੋੜਾ ਜਿਹਾ ਸ਼ੇਅਰ ਕਰਾਂਗਾ ਲੇਕਿਨ ਅਸੀਂ ਬਹੁਤ ਦੇਰ ਤੋਂ ਸਾਡੇ ਬਜ਼ੁਰਗ ਵੱਡੇ ਹਾਜੀ ਇਰਸ਼ਾਦ ਖਾਨ ਮੰਚ ਸਾਹਿਬ ਜਿਹੜੇ ਇੱਕ ਪਿੱਲਰ ਦਾ ਇੱਕ ਮੈਂ ਕਹਿੰਦਾ ਕਿ ਸੂਰਤ ਆ ਜਿਹੜੇ ਪੂਰੇ ਖਾਨਦਾਨ ਨੂੰ ਲੈ ਕੇ ਚੱਲ ਰਹੇ ਇੱਕ ਇੰਜਣ ਹੈ ਤੇ ਸਮਝ ਲਓ ਅਸੀਂ ਸਾਰੀਆਂ ਬੋਗੀਆਂ ਹੈ ਤੇ ਇੱਕ ਵੱਡਾ ਨਾਮ ਹੈ ਜੀ ਉਹ
अल्लाह ताला उन्होंने ज़िंदगी देवे, अल्लाह ताला उन्होंने सेहत तंदुरुस्ती देवे। उन्होंने बहुत सारे अच्छे इकदाम जिहड़े है ना जी पिंड लई बड़े सारे मामलात ਨੂੰ उन्होंने ਜਿਹੜੇ ਮੈਨੂੰ ਬੜੇ ਪਸੰਦ ਆਏ ਕਿ ਜੀ ਉਹਨਾਂ ਨੇ ਕਿਹਾ ਜੀ ਕਿ ਇੱਕ ਕਮੇਟੀ ਬਣਾਈ ਗਈ ਉੱਥੇ ਪਿੰਡ ਦੇ ਵਿੱਚ ਤੇ ਤੁਸੀਂ ਵੀ ਇਸ ਚੀਜ਼ ਨੂੰ ਥੋੜਾ ਜਿਹਾ ਨਾ ਜਿਹੜੇ ਲੋਕ ਮੈਨੂੰ ਵੇਖ ਰਹੇ ਆ ਉਹ ਜ਼ਰੂਰ ਇਹਨੂੰ ਫੋਲੋ ਵੀ ਕਰਨਗੇ ਤੇ ਔਰ ਇਹਨੂੰ ਅਪਣਾਉਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਨੇ ਜਨਾਬ ਮਤਲਬ ਇੱਕ ਕਮੇਟੀ ਬਣਾਈ ਗਈ ਕਿ ਖਾਣਾ ਕਿਸੇ ਦਾ ਨਹੀਂ ਖਾਣਾ ਮਤਲਬ ਅੱਗੇ ਹੁੰਦਾ ਸੀ ਰਿਵਾਜ ਕਿ ਚਲੋ ਜੀ ਮਾਮੇ ਪਕਾਉਣ ਚਾਚੇ ਪਕਾਉਣ ਮਤਲਬ ਇੱਕ ਰਵਾਇਤ ਸੀ ਉਸ ਰਵਾਇਤ ਨੂੰ ਤੋੜ ਦਿੱਤਾ ਗਿਆ। ਉੱਥੇ ਇੱਕ ਕਮੇਟੀ ਦੀ ਤਸ਼ਕੀਲ ਦੇ ਦਿੱਤੀ ਕਿ ਕੋਈ ਬੰਦਾ ਤੰਗ ਨਾ ਹੋਵੇ ਕਿ ਕਮੇਟੀ ਜਿਹੜੀ ਹੈ ਨਾ ਉਹ ਰੋਟੀ ਪਕਾਏ ਉਹ ਰੋਟੀ ਪਕਾ ਕੇ ਤੇ ਵਰਤਾ ਦੇ ਤੇ ਕਮੇਟੀ ਨੇ ਮੈਨੂ ਵੀ ਰੱਖਿਆ ਉਹਦੇ 'ਚ ਜਨਾਬ ਦਾਲ ਜਿਹੜੀ ਹੈ ਜੀ ਮਤਲਬ ਦਾਲ 'ਚ ਮੁਰਗਾ ਪਾ ਲਓ ਜਾਂ ਕੁਛ ਵੀ ਮਤਲਬ ਮੁਰਗਾ ਨਹੀਂ ਪਾਉਣਾ ਇਕੱਲੀ ਦਾਲ ਬਣਾ ਕੇ ਰੋਟੀ ਬਣਾ ਕੇ ਕਮੇਟੀ ਦੇ ਪੱਲਿਓਂ ਤੇ ਉਹ ਜਨਾਬ ਦੇਣੀ ਔਰ ਬੜਾ ਅੱਛਾ ਇਕਦਾਮ ਬਹੁਤ ਅੱਛੀ ਮੈਂ ਕਹਿੰਦਾ ਕਿ ਸਾਰਿਆਂ ਨੂੰ ਇਸ ਸੋਚ ਦੇ ਵਿੱਚ ਆ ਜਾਣਾ ਚਾਹੀਦਾ ਮਤਲਬ ਇਹ ਨਹੀਂ ਕਿ ਉਹ ਪਕਾ ਨਹੀਂ ਸਕਦੇ ਮਤਲਬ ਸ਼ਾਨੋ ਸ਼ੌਕਤ ਇਹ ਉਹ ਮਤਲਬ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਅਗਰ ਤੁਸੀਂ ਸਾਦਗੀ ਅਪਣਾਓਗੇ ਇੱਕ ਤੇ ਫੌਦਗੀ ਵਾਲੇ ਘਰ ਦਾ ਭਲਾ ਹੋ ਜਾਊਗਾ ਦੂਜਾ ਮਤਲਬ ਇਹ ਹੈ ਕਿ ਜਿਹੜਾ ਮਹਿਮਾਨ ਜਾਂ ਉਹਦੀ ਮਹਿਮਾਨ ਨਵਾਜ਼ੀ ਵੀ ਹੋ ਜਾਏ ਤੇ ਇਹ ਇੱਕ ਬੜਾ ਅੱਛਾ ਇਕਦਾਮ ਜਿਹੜਾ ਜੀ ਸਾਡੇ ਪਿੰਡ ਦਾ 68 ਕਿੱਲੇ ਦਾ ਔਰ ਹਾਜੀ ਇਰਸ਼ਾਦ ਖਾਨ ਸਾਹਿਬ ਨੇ ਮਤਲਬ ਉੱਤੇ ਸਾਦਰ ਕੀਤਾ ਜਿਹੜਾ ਜਿਨ੍ਹਾਂ ਦਾ ਹੁਕਮ ਸਾਡੇ ਲਈ ਇੱਕ ਕਹਿ ਲਓਗੇ ਇੱਕ ਹਰਫੇ ਆਖਰ ਤੇ ਅਸੀਂ ਉਹਨਾਂ ਦੇ ਹੁਕਮ ਦੀ ਤਾਬੇ ਵੀ ਹਾਂ ਫਿਰ ਉਸ ਤੋਂ ਬਾਅਦ ਜਨਾਬ ਉਹਨਾਂ ਨੇ ਇੱਕ ਜਿਹੜਾ ਬੜਾ ਅੱਛਾ ਇਕਦਾਮ ਜਿਹੜਾ ਪਰਸੋਂ ਕੁੱਲਾਂ ਦੇ ਉੱਤੇ ਕੱਲ ਜਿਹੜੇ ਮੇਰੇ ਫੁੱਫਾ ਜੀ ਇੰਤਕਾਲ ਕਰ ਗਏ ਉਹਨਾਂ ਦੇ ਕੁੱਲਾਂ ਦੇ ਉੱਪਰ ਉਹਨਾਂ ਨੇ ਇੱਕ ਐਲਾਨ ਕੀਤਾ ਜੀ ਕਿ ਜਿਹੜਾ ਅਸੀਂ ਕੁੱਲਾਂ ਦੇ ਵਿੱਚ ਫਰੂਟ ਸ਼ਰੂਟ ਔਰ ਇਹ ਸਾਰੀਆਂ ਚੀਜ਼ਾਂ ਔਰ ਬੜਾ ਜ਼ਿਆਦਾ ਇਹਤਮਾਮ ਔਰ ਖਰਚਾ ਕਰ ਦਿੰਦੇ ਹਾਂ ਤੇ ਇਹਨੂੰ ਉਹਨਾਂ ਨੇ ਨਾ ਡਿਨਾਈ ਕਰ ਦਿੱਤਾ ਹੈ ਮਤਲਬ ਹੁਕਮ ਸਾਦਰ ਕਰਤਾ ਕਿ ਤੁਸੀਂ ਇਹਨੂੰ ਹੁਕਮ ਮਤਲਬ ਵੀ ਇਸ ਲਈ ਕਹਿ ਰਹੇ ਹਾਂ ਕਿ ਇਹ ਭਲੇ ਦਾ ਹੁਕਮ ਹੈ ਇੱਕ ਭਲੇ ਦਾ ਹੁਕਮ ਜਿਹੜਾ ਹੁੰਦਾ ਜੀ ਉਸੇ ਰੱਖਾਂਗੇ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਜਿਹੜਾ ਅਸੀਂ ਕੁਲਾਂ ਦੇ ਉੱਪਰ ਫਲ ਫਰੂਟ ਲੈ ਕੇ ਇੰਨਾ ਖਰਚਾ ਕਰਦੇ ਹਾਂ ਉਹ ਤੁਸੀਂ ਕਿਸੇ ਨੇ ਨਹੀਂ ਕਰਨਾ ਪੂਰੇ ਪਿੰਡ ਨੂੰ ਮਸਜਿਦ ਦੇ ਵਿੱਚ ਬੈਠ ਕੇ ਉਹ ਐਲਾਨ ਕੀਤਾ ਔਰ ਜਿਹਨੂੰ ਮੈਂ ਬੜਾ ਐਪਰੀਸ਼ੀਏਟ ਕੀਤਾ ਔਰ ਮੇਰਾ ਦਿਲ ਕੀਤਾ ਕਿ ਅੱਜ ਮੈਂ ਉਹਦੇ ਤੇ ਗੱਲ ਕਰਾਂ ਤਾਂ ਕਿ ਇੱਕ ਮਿਸਾਲ ਜਿਹੜੀ ਹੈ ਅਸੀਂ ਦਈਏ ਬਾਕੀ ਲੋਕ ਜਿਹੜੇ ਸਾਡੇ ਸੁਣਨ ਵਾਲੇ ਵੇਖਣ ਵਾਲੇ ਆ ਉਹ ਵੀ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਅਬਜ਼ਰਵ ਕਰਨ ਤੇ ਨਾਲ ਇਹ ਤੇ ਅਮਲ ਕਰਨ ਤਾਂ ਕਿ ਉਹ ਕੁਛ ਬਿਹਤਰੀ ਆ ਸਕੇ ਉਸ ਫੌਤਗੀ ਵਾਲੇ ਘਰ ਕੋਈ ਮਾੜਾ ਬੰਦਾ ਵੀ ਹੁੰਦਾ ਹੈ ਜੀ ਵਿੱਚ ਸਾਰੇ ਤਗੜੇ ਨਹੀਂ ਹੁੰਦੇ ਉਹ ਰੋਟੀ ਨਹੀਂ ਪਕਾ ਸਕਦਾ ਕੁਲਾਂ ਦੇ ਵਾਲੇ ਦਿਨ ਇੰਨਾ ihtimam ਨਹੀਂ ਕਰ ਸਕਦਾ ਇਹ ਉਹਦੇ ਲਈ ਬੜਾ ਫਾਇਦੇਮੰਦ ਹੈ ਬਹੁਤ ਸਾਰੇ ਲੋਕ ਐਸੇ ਹੈ ਤੇ ਜਿਹੜੇ ਪੈਸੇ ਬੜੀ ਅੱਛੀ ਇੱਕ ਹੋਰ ਗੱਲ ਉਹਨਾਂ ਨੇ ਜਿਹੜੀ ਵਿੱਚ ਕੋਡ ਕੀਤੀ ਹੈ ਔਰ ਬੜੀ ਅਥੈਂਟਿਕ ਔਰ ਬੜੀ ਵੱਡੀ ਗੱਲ ਹੈ ਜੀ ਉਹਨਾਂ ਨੇ ਗੱਲ ਕੀਤੀ ਕਿ ਜਨਾਬ ਇਹ ਜਿਹੜੇ ਪੈਸੇ ਤੁਸੀਂ ਫਲ ਫਰੂਟ ਦੇ ਲਾਣੇ ਕਿਸੇ ਗਰੀਬ ਨੂੰ ਦੇ ਦਿਓ ਕਿਸੇ ਬੇਸਹਾਰਾ ਨੂੰ ਦੇ ਦਿਓ ਤਾਂ ਕਿ ਉਹ ਦੁਆਵਾਂ 'ਚ ਯਾਦ ਰੱਖੇ ਮਰਨ ਵਾਲੇ ਨੂੰ ਜਿਹੜਾ ਦੁਨੀਆ ਤੋਂ ਕੂਚ ਕਰ ਗਿਆ ਉਹਨੂੰ ਉਹ ਯਾਦ ਰੱਖਣ ਤੇ ਇਹ ਬੜੀ ਵੱਡੀ ਇੱਕ ਬੜੀ ਅੱਛੀ ਉਹਨਾਂ ਨੇ ਇੱਕ ਜਿਹੜੀ ਰਵਾਇਤ ਦਾ ਇੱਕ ਆਗਾਜ਼ ਕੀਤਾ ਤੇ ਉਹਦਾ ਐਲਾਨ ਕੀਤਾ ਤੇ ਜਿਹਨੂੰ ਸਾਰਿਆਂ ਪਿੰਡ ਵਾਲਿਆਂ ਨੇ ਐਪਰੀਸ਼ੀਏਟ ਕੀਤਾ ਔਰ ਸਾਰੇ ਪਿੰਡ ਵਾਲਿਆਂ ਨੇ ਉਹਨੂੰ ਮੰਨਿਆ ਵੀ ਫਿਰ ਇੱਕ ਹੋਰ ਗੱਲ ਉਹਨਾਂ ਨੇ ਬੜੀ ਅੱਛੀ ਪੁਆਇੰਟ ਕੀਤਾ ਕਿ ਜਿਹੜਾ ਬੰਦਾ ਇਹ ਚੀਜ਼ ਕਰੇਗਾ ਅਸੀਂ ਉਹਦੇ ਫਾਤਿਹਾ ਤੇ ਨਹੀਂ ਜਾਵਾਂਗੇ ਯਾਨੀ ਕਿ ਇੱਕ ਮਤਲਬ ਉਹਨੂੰ ਕਹਿੰਦੇ ਕਿ ਇਹਨੂੰ ਅਪਣਾਉਣਾ ਹੈ ਇਹ ਮਤਲਬ ਕਿਸੇ ਨਾਲ ਕੋਈ ਗੱਲ ਨਹੀਂ ਕੋਈ ਅਦਾਵਤ ਦੇ ਵਿੱਚ ਨਹੀਂ ਇਹ ਗੱਲ ਕੀਤੀ ਜਾਂਦੀ ਮਕਸਦ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਅਪਣਾਉਣਾ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਸਾਡੇ ਵੱਡੇ ਬਜ਼ੁਰਗ ਮਤਲਬ ਇੰਨਾ ਅੱਛਾ ਸੋਚਦੇ ਆ ਔਰ ਉਹਦੇ ਤੇ ਇੰਪਲੀਮੈਂਟ ਕਰਨ ਦਾ ਵੀ ਇੱਕ ਉਹਨਾਂ ਦੇ ਵਿੱਚ ਨਾ ਕੁਆਲਿਟੀ ਔਰ ਇਹ ਬੜੀ ਗੱਲ ਹੈ ਜੀ ਮੈਂ ਤੁਹਾਨੂੰ ਗੱਲ ਜਿਹੜੀ ਅੱਜ ਸੁਣਾਈ ਹੈ ਇਹ ਮਿਸਾਲ ਹੈ ਸਾਡੇ ਲਈ ਪਿੰਡ ਮੇਰੇ ਦੀ ਗੱਲ ਹੈ ਜੀ 68 ਇਕੱਲਾ ਪਿੰਡ ਹੈ ਮੇਰਾ ਠੀਕ ਹੈ ਤੇ ਬਸ ਇਸ ਚੀਜ਼ ਨੂੰ ਮੱਦੇਨਜ਼ਰ ਰੱਖੋ ਕਿ ਜਿਹੜਾ ਜਿਹਦੇ ਘਰ ਅਸੀਂ ਫੌਤਗੀ ਤੇ ਗਏ ਆ ਉਹਨੂੰ ਕੋਈ ਤਕਲੀਫ ਨਾ ਹੋਵੇ ਕੋਈ ਕਿਉਂਕਿ ਉਹ ਤਕਲੀਫ ਦੁੱਖ 'ਚ ਤੇ ਪਹਿਲੇ ਹੀ ਹੁੰਦਾ ਹੈ ਤੇ ਅਗਰ ਅਸੀਂ ਉਹਦੇ ਤੇ ਬਹੁਤਾ ਬਰਡਨ ਪਾਵਾਂਗੇ ਮਤਲਬ ਇੱਕ ਚੀਜ਼ ਦਾ ਤੇ ਫਿਰ ਉਹ ਨੁਕਸਾਨ ਹੋਏਗਾ ਹੁਣ ਮਤਲਬ ਕੋਈ ਕਹਿੰਦੇ ਰੋਟੀ ਨਹੀਂ ਚੰਗੀ ਪੱਕਦੀ ਤੇ ਸ਼ਰੀਕੇ ਬਰਾਦਰੀ 'ਚ ਗੱਲਾਂ ਹੋਣ ਲੱਗ ਜਾਂਦੀਆਂ ਸਾਨੂੰ ਰੋਟੀ ਨਹੀਂ ਦਿੱਤੀ ਇਹ ਵੀ ਮਤਲਬ ਜਿਹੜੇ ਜਾਣ ਵਾਲੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਰੋਟੀ ਕੋਈ ਜ਼ਰੂਰੀ ਨਹੀਂ ਤੁਸੀਂ ਫਾਤਿਹਾ ਕਹਿਣ ਆਏ ਹੋ ਫਾਤਿਹਾ ਕਹੋ ਮਤਲਬ ਤਦਫੀਨ ਕਰਨਾ ਹੈ ਉਹ ਤਦਫੀਨ ਕਰੋ ਨਮਾਜ਼ੇ ਜਨਾਜ਼ਾ ਪੜ੍ਹੋ ਪੜ੍ਹ ਕੇ ਉਸ ਤੋਂ ਬਾਅਦ ਆਪਣੇ ਆਪਣੇ ਘਰ ਨੂੰ ਰੋਟੀ ਨਹੀਂ ਤੇ ਇਹ ਲੇਕਿਨ ਫਿਰ ਵੀ ਦੇਖੋ ਜੀ ਇੱਕ ਰੀਤ ਤਾਂ ਸ਼ੁਰੂ ਤੋਂ ਚੱਲਦੀ ਹੈ ਜੀ ਕਿ ਇਹ ਵੀ ਨਹੀਂ ਕਿ ਉਹਨੂੰ ਖਤਮ ਹੀ ਕਰ ਦਿੱਤਾ ਜਾਵੇ ਇਹ ਹੈ ਕਿ ਮਹਿਮਾਨ ਕੋਈ ਆਉਂਦਾ ਤੇ ਚਲੋ ਵੀ ਮਤਲਬ ਕੋਈ ਦੂਰੋਂ ਆਉਂਦਾ ਹੈ ਤੇ ਉਹਦਾ ਹੱਕ ਬਣਦਾ ਹੈ ਚਲੋ ਉਹਨੂੰ ਖਿਲਾਣਾ ਪਿਲਾਣਾ ਚਾਹੀਦਾ ਲੇਕਿਨ ਉਹ ਵੀ ਮਾਈਨਰ ਜਿਹਾ ਜਿਹੜਾ ਮਤਲਬ ਅਸੀਂ ਤੁਹਾਨੂੰ ਦੱਸਿਆ ਕਿ ਉਹ ਦਾਲ ਦਾ ਇੱਕ ਬੜਾ ਅੱਛਾ ਇਹਨਾਂ ਨੇ ਸਿਸਟਮ ਕੀਤਾ ਬੜਾ ਅੱਛਾ ਇੱਕ ਸਿਸਟਮ ਕੀਤਾ ਕਿ ਦਾਲ ਦੀ ਮਤਲਬ ਇੱਕ ਕਮੇਟੀ ਬਣਾ ਲਈ ਕਿ ਖਾਣਾ ਬਰਤਨ ਹਰ ਚੀਜ਼ ਉਹਨਾਂ ਨੇ ਪ੍ਰੋਵਾਈਡ ਕਰਨੀ ਤੇ ਮਤਲਬ ਖਾਣਾ ਉਹਨਾਂ ਨੇ ਪਕਾ ਕੇ ਦੇਣਾ ਔਰ ਬੜੀ ਬੜੀ ਵੱਡੀ ਇੱਕ ਐਫਰਟ ਆ ਉੱਥੇ ਬੜੇ ਸਾਰੇ ਨਾਮ ਆ ਜਿਹੜੇ ਉਹਨੂੰ ਸਪੋਰਟ ਕਰ ਰਹੇ ਆ ਮਤਲਬ ਪੂਰਾ ਪਿੰਡ ਹੀ ਤਕਰੀਬਨ ਉਹਨੂੰ ਸਪੋਰਟ ਕਰ ਰਿਹਾ ਔਰ ਬਹੁਤ ਅੱਛੀ ਮੈਂ ਇਹਦੀ ਨਾ
ਮਤਲਬ ਇਸ ਕਰਕੇ ਮੈਂ ਅੱਜ ਗੱਲ ਕੀਤੀ ਕਿ ਬਾਕੀ ਜਿਹੜੇ ਲੋਕ ਸੁਣਦੇ ਪਏ, ਕੋਈ ਪਿੰਡਾਂ 'ਚ ਰਹਿੰਦੇ, ਕੋਈ ਸ਼ਹਿਰਾਂ 'ਚ ਰਹਿੰਦੇ, ਉਹ ਵੀ ਇਸ ਚੀਜ਼ ਨੂੰ ਫੋਲੋ ਕਰਨ, ਤਾਂ ਕਿ ਜਿਹੜਾ ਦੁਨੀਆ ਤੋਂ ਜਾਣ ਵਾਲਾ ਤੇ ਉਹਦੇ ਜਿਹੜੇ ਵਾਰਸਾਨ ਆ, ਜਾਂ ਜਿਹੜੇ ਉਹਨਾਂ ਦੇ ਲਵਾਇਕੀਨ ਆ, ਉਹ ਉਸ ਟਾਈਮ ਤੁਸੀਂ ਜਾਓ ਤੇ ਉਹ ਲੱਗੇ ਕਿ ਇਹ ਸਾਡੇ ਸਾਹ। ਇਸ ਕਰਕੇ ਦੁਆ, ਫਾਤਿਹਾ ਸਾਰੀ ਚੀਜ਼ਾਂ ਹੈ। ਤੇ ਮੈਂ ਬਾਕੀ ਆਪਣੇ ਵੀਵਰਸ ਨੂੰ ਕਹਿਣਾ ਹੈ ਕਿ ਮੇਰੇ ਪਪਾ ਜੀ ਦੀ ਦੁਆ ਕਰੋ, ਦੁਨੀਆ ਤੋਂ ਜਿੰਨੇ ਵੀ ਜਾ ਚੁੱਕੇ ਉਹਨਾਂ ਦੀ ਦੁਆ ਕਰਨਾ। ਖੁਸੂਸੀ ਤੌਰ ਤੇ ਮੇਰੀ ਤੁਹਾਡੇ ਨਾਲ ਦਰਖਾਸਤ ਵੀ ਹੈ, ਤੇ ਮੇਰੇ ਚੈਨਲ ਨੂੰ ਲਾਈਕ ਵੀ ਸਬਸਕ੍ਰਾਈਬ ਵੀ ਲਾਜ਼ਮੀ ਕਰਨਾ, ਔਰ ਬੈਲ ਆਈਕਨ ਲਾਜ਼ਮੀ ਵਜਾਉਣਾ, ਕਿਉਂਕਿ ਤੁਹਾਨੂੰ ਕੋਈ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਵੇ ਤੇ ਤੁਸੀਂ ਦੇਖ ਸਕੋ। ਤੇ ਮੇਰੇ ਨਾਲ ਬਕਾਇਦਾ ਤੌਰ ਤੇ ਮੈਨੂੰ ਦੱਸਦੇ ਰਿਹਾ ਕਰੋ ਕਿ ਮੈਂ ਕੋਈ ਟੌਪਿਕਸ ਦੇ ਉੱਤੇ ਗੱਲ ਕਰਾਂ, ਤੇ ਉਹ ਤੁਸੀਂ ਦੱਸੋ, ਮੈਂ ਉਹਨੂੰ ਜ਼ਰੂਰ ਬੈਠ ਕੇ ਗੱਲ ਕਰਾਂਗਾ, ਔਰ ਕੋਸ਼ਿਸ਼ ਕਰਾਂਗਾ ਕਿ ਮੈਂ ਸਮਝਾ ਸਕਾਂ। ਬਾਕੀ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ, ਇੱਕ ਨਵੇਂ ਟੌਪਿਕ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਅੱਲਾ